रियल स्टेट का कोई सवाल पीके सब्बरवाल साहब उन्होंने भी ओपनिंग स्टेटमेंट सुनते हैं, फिर कुछ सवाल भी होंगे। ठीक है जी, बहुत बहुत स्वागत है रेडियो वाई, वेलकम सर। थैंक यू वेरी मच यदुवीर जी एंड वेरी गुड मॉर्निंग टू ऑल आवर लिसनर्स जी। यदुवीर जी ਤੇ ਜਿਸ ਤਰ੍ਹਾਂ ਕਹਿ ਰਹੇ ਨੇ ਮੋਗਾ ਸਾਹਿਬ ਜਿਹੜੀ ਸਾਡੀ ਰਿਟੇਲ ਵਧੀ ਹੈਗੀ ਉਹ ਉਹੀਓ ਗੱਲ CMSE ਵੀ ਆਹੀ ਗੱਲ ਕਹਿ ਰਿਹਾ। CMSE ਦੇ ਜਿਹੜੇ ਚੀਫ ਨੇ ਬਾਵਰਸ ਉਹ ਵੀ ਆਹੀ ਗੱਲ ਕਹਿ ਰਹੇ ਨੇ ਕਿ ਤੁਸੀਂ ਜਿਹੜਾ ਹਾਊਸਿੰਗ ਅਫੋਰਡੇਬਿਲਿਟੀ ਵਾਸਤੇ ਅਮੋਰਟਾਈਜੇਸ਼ਨ बढ़ा ਰਹੇ ਹੋ, ਵਧਾ ਰਹੇ ਹੋ, ਤੁਸੀਂ ਲੋਕਾਂ ਦੀ ਜੇਬ ਵਿੱਚ ਹੋਰ ਪੈਸਾ ਪਾ ਰਹੇ ਹੋ, ਉਹਨਾਂ ਨੂੰ ਦੋਨੋਂ ਪਾਸੋਂ ਮਾਰ ਰਹੇ ਹੋ। ਤੁਸੀਂ ਅਗਰ ਅਮੋਰਟਾਈਜੇਸ਼ਨ 3rd ਈਅਰ ਕਰ ਰਹੇ ਹੋ ਕਿ ਲੋ ਜੀ ਲੋਕਾਂ ਦਾ ਬੋਝ ਘੱਟ ਹੋ ਜਾਏ, ਉਹ ਅਗਰ ਰੀਅਲੀ ਵਾਕਈ ਬੋਝ ਘੱਟ ਹੋ ਕੇ ਘਰ ਹੀ ਰੱਖ ਲੈਣ ਪੈਸੇ ਜਾਂ ਸੰਭਾਲ ਲੈਣ ਤਾਂ ਤੇ ਠੀਕ ਹੈ। ਇਫ ਉਹ ਅਗਰ ਉਹਨਾਂ ਦੀ ਮੰਨ ਲਓ ਸਪੋਜ਼ ਕਰੋ ਕਿ 3rd ਈਅਰ ਅਮੋਰਟਾਈਜੇਸ਼ਨ ਕਰਕੇ ਉਹਨਾਂ ਦੀ ਕਿਸ਼ਤ ਘੱਟ ਜਾਂਦੀ ਹੈ, ਉਹ ਫਿਰ ਖਰਚ ਕਰਨਾ ਸ਼ੁਰੂ ਕਰ ਦਿੰਦੇ ਨੇ। ਔਰ ਉਹ ਇੱਕ ਪਾਸੇ ਤੁਸੀਂ ਕਹਿ ਰਹੇ ਜੀ ਅਸੀਂ ਪਾਕਟ ਤੋਂ ਪੈਸਾ ਕਰਨਾ ਤਾਂ ਕਿ ਇਹ ਇਨਫਲੇਸ਼ਨ ਥੱਲੇ ਆ ਜਾਏ, ਔਰ ਦੂਜੇ ਪਾਸੇ ਤੁਸੀਂ ਉਹਨਾਂ ਦੇ ਪਾਕਟ ਵਿੱਚ ਪੈਸਾ ਪਾ ਰਹੇ ਹੋ। ਔਰ ਇਹ ਦੋ ਔਰ ਨਾ ਪੈਸਾ ਉਹਨਾਂ ਦੇ ਪਾਕਟ ਵਿੱਚ ਪਾ ਕੇ ਤੁਸੀਂ ਉਹਨਾਂ ਨੂੰ ਹੋਰ ਮਾਰ ਰਹੇ ਹੋ। ਕਿਉਂ ਮਾਰ ਰਹੇ ਹੋ? ਉਹ ਪੈਸਾ ਖਰਚ ਕਰ ਰਹੇ ਨੇ ਔਰ ਕਰਜ਼ਾ ਸਿਰ ਤੇ ਵੱਧ ਰਿਹਾ। ਮਤਲਬ ਪਹਿਲੇ ਤਾਂ ਚਲੋ ਕਰਜ਼ਾ ਹੀ ਵੱਧ ਰਿਹਾ ਸੀ ਨਾ, ਹੁਣ ਉਹ ਪੈਸਾ ਜਿਹੜਾ ਮਿਲ ਰਿਹਾ ਉਹਨੂੰ ਵੀ ਖਰਚ ਕਰ ਦੇਣਗੇ। ਮੈਜੋਰਟੀ ਨਾਟ ਐਵਰੀਵਨ ਆਈ ਵੁੱਡ ਸੇ, ਪਰ ਉਹ ਖਰਚ ਵੀ ਕਰ ਲੈਣਗੇ। ਤੇ ਉਹਦੇ ਬਾਅਦ ਜਿਹੜਾ ਹੈਗਾ ਜਿਹੜਾ ਉਹਨਾਂ ਨੇ ਅਮੋਰਟਾਈਜੇਸ਼ਨ ਵਧਾਈ ਹੈ ਉਹਨਾਂ ਤੇ ਜਿਹੜਾ ਬਰਡਨ ਹੈ ਲੋਨ ਦਾ ਉਹ ਵੱਧ ਗਿਆ, ਇੰਟਰਸਟ ਵੱਧ ਗਿਆ ਤੇ ਉਹ ਦੋ ਤਰਫੋਂ ਉਹਨਾਂ ਨੂੰ ਮਾਰ ਪੈ ਗਈ ਹੈ। ਸੇਮ ਗੱਲ ਜਿਹੜੀ ਹੈ ਜੋ ਉਹਨੇ ਮੋਗਾ ਸਾਹਿਬ ਨੇ ਬੜੀ ਉਹਨੇ ਰਿਪੋਰਟ ਦਿੱਤੀ ਸੇਲ ਦੀ ਤੇ ਉਹ ਉਹਨਾਂ ਨੇ ਇਹ ਗੱਲ ਕਹੀ ਹੀ ਇਜ਼ ਵੈਰੀ ਮਚ ਕੰਸਰਨ ਲੋਕਾਂ ਕੋਲ ਜ਼ਿਆਦਾ ਕ੍ਰੈਡਿਟ ਮਿਲ ਜਾਏਗਾ ਖਰਚ ਕਰਨ ਵਾਸਤੇ ਤੇ ਉਹ ਉਹਨਾਂ ਦਾ ਖਰਚ ਕਰ ਮਾਰਨਗੇ। ਮੈਂ ਤੇ ਇਹ ਦੇਖ ਰਿਹਾ ਸਰ, ਇਹ ਤੇ ਖੈਰ ਰਿਪੋਰਟ ਆਈ ਹੈ ਮੇਰੇ ਘਰ ਦੇ ਕੋਲ ਇੱਥੇ ਹੈਗਾ ਆਊਟਲੈਟ ਮਾਲ ਹੈਗਾ, ਮੈਂ ਆਫਿਸ ਮੈਂ ਉਹ ਤੋਂ ਅੱਗੋਂ ਹੋ ਕੇ ਨਿਕਲਣਾ ਸਰ ਮੇਰਾ ਟ੍ਰੈਫਿਕ ਉੱਤੇ ਮੈਨੂੰ ਆਪਣਾ ਰੂਟ ਚੇਂਜ ਕਰਨਾ ਪੈਂਦਾ, ਉੱਥੇ ਟ੍ਰੈਫਿਕ ਜਾਮ ਹੋ ਜਾਂਦਾ। 2-2 ਕਿਲੋਮੀਟਰ ਲੰਬੀ ਗੱਡੀਆਂ ਦੀ ਲਾਈਨਾਂ ਲੱਗ ਜਾਂਦੀਆਂ ਨੇ ਅਪ ਟੂ 401 ਤੇ ਟ੍ਰੈਫਿਕ ਹੀ ਜਾਮ ਹੋ ਜਾਂਦਾ ਤੇ ਮੈਂ ਆਪਣਾ ਰੂਟ ਹੀ ਚੇਂਜ ਕਰ ਲਿਆ ਸਰ, ਸਪੈਸ਼ਲੀ ਵੀਕਐਂਡ ਦੇ ਟਾਈਮ ਕਿ ਇਸ ਤਰ੍ਹਾਂ ਦੀ ਲਾਈਨਾਂ ਲੱਗ ਜਾਂਦੀਆਂ ਨੇ ਕਿ ਮੈਨੂੰ ਗੱਲ ਹੀ ਨਹੀਂ ਸਮਝ ਆ ਰਹੀ ਜਿਸ ਤਰ੍ਹਾਂ ਫ੍ਰੀ ਸਮਾਨ ਮਿਲ ਰਿਹਾ ਲੋਕਾਂ ਨੂੰ। ਇਹ ਜਦ ਤੱਕ ਮਾਰ ਕਈ ਵਾਰ ਮੈਜੋਰਟੀ ਨੂੰ ਨਹੀਂ ਪੈਂਦੀ ਨਾ ਤਦ ਤੱਕ ਉਹਨੂੰ ਸਮਝ ਹੀ ਨਹੀਂ ਆਉਂਦੀ। ਸਾਰੇ ਲੋਕ ਇਹ ਸੋਚਦੇ ਨੇ ਮੈਨੂੰ ਕੁਝ ਨਹੀਂ ਹੋਣ ਵਾਲਾ, ਮੈਂ ਸੰਭਾਲ ਲਾਂਗਾ। ਇਹ ਸਭ ਤੋਂ ਵੱਡੀ ਦਿੱਕਤ ਹੈ ਜੀ। ਜੀ ਤੇ ਇਹਦਾ ਫਿਰ ਹੁਣ ਹੱਲ ਕੀ ਹੈਗਾ ਜੀ? ਦੋਨੋਂ ਸਾਡੇ ਐਕਸਪਰਟਸ ਨੇ ਪੰਕਜ ਜੀ ਔਰ ਪੀਕੇ ਜੀ, ਕਿਉਂਕਿ ਕੁਝ ਲੋਕ ਤੇ ਪਹਿਲਾਂ ਹੀ ਬੜੇ ਪਰੇਸ਼ਾਨ ਨੇ ਇੰਟਰਸਟ ਰੇਟ ਜਿੱਦਾਂ ਵੱਧ ਰਹੇ ਨੇ ਔਰ ਡੈਟ ਜਿੱਦਾਂ ਵੱਧ ਰਿਹਾ। ਅੱਜ ਬੈਂਕਾਂ ਨੂੰ ਕਿਹਾ ਗਿਆ ਕਿ ਪੈਸਾ ਸਾਈਡ ਤੇ ਰੱਖ ਲਓ, ਬਿਲੀਅਨਸ ਆਫ ਡਾਲਰ ਸਾਈਡ ਤੇ ਰੱਖੋ ਕਿਉਂਕਿ ਡੈਟ ਬੜਾ ਵੱਧ ਰਿਹਾ ਹੈ। ਸੋ ਇੱਕ ਪਾਸੇ ਚੈਲੰਜ ਹੈ, ਦੂਸਰੇ ਪਾਸੇ ਲੋਕੀ ਖਰਚਾ ਬੜਾ ਕਰੀ ਜਾ ਰਹੇ ਨੇ। ਇਹਦਾ ਫਿਰ ਹੱਲ ਕੀ ਹੈਗਾ ਜੀ ਪੰਕਜ ਜੀ ਔਰ ਪੀਕੇ ਜੀ? ਬਸ ਜਿਸ ਤਰ੍ਹਾਂ ਘਰ ਦਾ ਬੱਚਾ ਨਹੀਂ ਹੁੰਦਾ ਨਲਾਇਕ, ਉਹਨੂੰ ਕਹੀ ਜਾਓ ਕਿ ਪਾਕਟ ਮਨੀ ਖਰਚਣੀ ਕਰਨੀ ਸੰਭਾਲਣੀ ਹੈ। ਜਿਸ ਤਰ੍ਹਾਂ ਮੈਂ ਆਪਣਾ ਬੇਟਾ ਮੇਰੇ ਯੂਨੀਵਰਸਿਟੀ ਗਿਆ ਸੀਗਾ, ਬਹੁਤ ਪੁਰਾਣੀ ਗੱਲ ਹੈ, ਤੇ ਪਾਕਟ ਮਨੀ ਦਾ ਕਦੀ ਝਗੜਾ ਚੱਲ ਪਿਆ ਕਿ ਕਿੰਨੀ ਪਾਕਟ ਮਨੀ ਦਿਆਂਗੇ। ਚਲੋ ਫਾਈਨਲ ਫੈਸਲਾ ਹੋ ਗਿਆ। ਜਦ ਫਾਈਨਲ ਫੈਸਲਾ ਹੋ ਗਿਆ ਕਿ ਇੰਨੀ ਪਾਕਟ ਮਨੀ ਮਿਲੇਗੀ ਤੇ ਮੈਂ ਕਿਹਾ ਇਹਦਾ 10% ਮੈਨੂੰ ਦਿਖਾ ਦੇਂ। ਕਹਿੰਦਾ ਇਹਦੇ ਅੰਦਰ ਵੀ ਮੈਂ 10% ਜੋੜਾਂਗਾ। ਮੈਂ ਕਿਹਾ ਬਿਲਕੁਲ ਜੋੜੇਗਾ। ਔਰ ਜਿਸ ਦਿਨ ਉਹਦੇ ਅੰਦਰ ਮੈਂ ਮਦਰ ਦਾ ਅਕਾਊਂਟ ਨਾਲ ਡਾਲਦਾ 10% ਨਾ ਗਏ ਤਾਂ ਤੇਰੀ ਪਾਕਟ ਮਨੀ ਬੰਦ। ਉਹ ਡੰਡਾ ਹੱਥ ਪਕੜਨਾ ਪੈਂਦਾ। ਹੁਣ ਉਹੀਓ ਮੇਰਾ ਬੇਟਾ ਸੌਰਵ ਸੱਭਰਵਾਲ ਜੀਨੀਅਸ, ਉਹ ਆ ਕੇ ਪਿਆਰ ਕਰਦਾ, ਕਿਸ ਕਰਦਾ, ਜੱਫੀਆਂ ਮਾਰਦਾ ਹੈ, ਕਹਿੰਦਾ ਡੈਡ ਯੂ ਆਰ ਵੈਰੀ ਸਟ੍ਰਿਕਟ ਬਟ ਇਟ ਹੈਲਪ ਮੀ ਅ ਲੋਟ। ਅਗਲੇ ਕੋਲ ਖੁਦ 5-7 ਪ੍ਰਾਪਰਟੀਆਂ ਨੇ, ਖੁਦ ਅਗਲਾ ਪੈਸਾ ਜੋੜਦਾ, ਉਹਨੂੰ ਆਦਤ ਪੈ ਗਈ। ਇਹ ਡੰਡਾ ਹੱਥ ਪਕੜਨਾ ਪਏਗਾ ਔਰ ਇਹ ਕੜਵਾ ਘੁੱਟ ਪੀਣਾ ਪਏਗਾ और पॉकेट तो पैसे कटाने पड़ेंगे। और लोग यह भी कहेंगे लो जी जिनके पास पैसे हैं वो तो खर्च करेंगे ना, हम तो तंग हैं। भाई साहब उन्होंने यह दसना बहुत जरूरी है, जितना बड़ा सिर उतना बड़ा सिर दर्द। जो जिनको आप बड़ा बड़ा समझ रहे हो उनके पास पैसा है, उनकी देनदारियां भी उतनी हैं, उनके कर्जे भी उतने हैं। मेरे पास यहां तक भी एक केस है, यहां तक भी मेरी एक जान पहचान का केस है, सो कॉल्ड रईस सर, उसका इंटरेस्ट रेट जो बढ़ा है ना, इससे उसको $1 लाख के करीब महीने का इंटरेस्ट रेट का खर्चा बढ़ गया। $1 लाख महीना बोल रहा हूं। वो सो कॉल्ड रईस है, ये दिखावे के रईस है, ये एक्चुअल रईस है, समझ नहीं आती। तो ये मान लेना कि जी एक छोटे लेवल के बंदे को दिक्कत आएगी, नो यू आर एब्सोल्युटली रॉन्ग। उनको उनका सिर छोटा तो छोटा सिर दर्द है, वो उसको फिर भी संभाल लेंगे। ये मरेंगे बड़े, इनको काबू करने के लिए डंडा हाथ में पकड़ना ही पड़ेगा। जी जी बिल्कुल पीके जी ने जी वैसे डंडा तो फड़ना ही पेगा, कोई चॉइस ने बची नहीं है। वीर जी देखो, अगर ये ऐसे तरह इन्फ्लेशन बढ़ती चली गई, रिटेल सेल बढ़ती चली गई, एम्प्लॉयमेंट स्ट्रॉन्ग रही तो इंटरेस्ट रेट तो बढ़ते ही चले जाते।
ਇਹਨਾਂ ਨੇ ਰੋਕਣਾ ਨਹੀਂ ਹੈ। ਹੁਣ ਉਹ ਸਿਚੁਏਸ਼ਨ ਨਹੀਂ ਆਏਗੀ ਜਿਹੜੀ ਜਨਵਰੀ 'ਚ ਕਹਿਤਾ ਸੀਗਾ ਅਸੀਂ ਪੌਜ਼ ਲੈ ਕੇ ਵੇਖ ਰਹੇ ਹਾਂ। ਹੁਣ ਵੇਖਣ ਦਾ ਟਾਈਮ ਖਤਮ ਹੋ ਚੁੱਕਿਆ। ਹੁਣ ਤਾਂ ਇਹਨਾਂ ਨੂੰ ਐਕਸ਼ਨ ਲੈਂਦੇ ਰਹਿਣਾ ਪਏਗਾ। ਐਕਸ਼ਨ ਇਹ ਸਿਚੁਏਸ਼ਨ ਉਸ ਤਰ੍ਹਾਂ ਦੀ ਆ ਕੇ ਖੜੀ ਹੋ ਸਕਦੀ ਹੈ ਜਿਸ ਜਗ੍ਹਾ ਤੇ ਅਸੀਂ ਇੱਕ ਡੀਪ ਰਿਸੈਸ਼ਨ 'ਚ ਜਾ ਸਕਦੇ ਹਾਂ। US ਵੀ ਲੱਗਿਆ ਹੋਇਆ ਉਧਰਲੇ ਪਾਸੇ, ਸੋ ਸਾਨੂੰ ਵੀ ਨਾਲ ਜਾਣਾ ਹੀ ਪਏਗਾ, ਕਿਉਂਕਿ ਅਗਰ ਉਹਨਾਂ ਦਾ ਡਾਲਰ ਸਟਰੋਂਗ ਹੋ ਗਿਆ ਤਾਂ ਸਾਡੇ ਵਾਸਤੇ ਉਹ ਵੀ ਇੱਕ ਬੜੀ ਵੱਡੀ ਮੁਸੀਬਤ ਬਣ ਜਾਏਗੀ। ਇਸ ਵੇਲੇ ਤਾਂ ਸਾਡਾ ਡਾਲਰ ਸਟਰੋਂਗ ਹੋਇਆ, ਪਿਛਲੇ ਅਗਰ ਤੁਸੀਂ 2-4 ਦਿਨਾਂ ਤੋਂ ਦੇਖੋ ਤਾਂ ਸਾਡਾ ਡਾਲਰ ਕਾਫੀ ਉਹਨਾਂ ਦੇ ਅਗੇਂਸਟ ਅੱਛਾ ਚਲਾ ਗਿਆ। ਅਸੀਂ ਇਸ ਵੇਲੇ ਲਗਭਗ 76 ਸੈਂਟ ਦੇ ਕਰੀਬ ਪਹੁੰਚ ਗਿਆ, ਕਿਤੇ ਅਸੀਂ 73-74 ਦੇ ਸੀਗੇ, ਵਿਚ ਇਜ਼ ਅ ਵੈਰੀ ਸਵੀਟ ਪੁਆਇੰਟ ਸਾਡੇ ਵਾਸਤੇ ਵੀ, ਕਿਉਂਕਿ ਇਹ ਵਾਲਾ ਜਿਹੜਾ ਹੈ ਬੜਾ ਹੀ ਸਹੀ ਪੁਆਇੰਟ ਹੈ ਸਾਡੇ ਡਾਲਰ ਵਾਸਤੇ ਕਿ ਸਾਨੂੰ ਉਧਰੋਂ ਵੀ ਥੋੜੀ ਜਿਹੀ ਚੀਜ਼ ਸਸਤੀ ਮਿਲੇਗੀ, ਲੇਕਿਨ ਸਾਨੂੰ ਵੀ ਪੈਸਾ ਆਉਂਦਾ ਰਹੇਗਾ ਕਿਉਂਕਿ ਆਰਡਰ ਆਉਂਦੇ ਰਹਿਣਗੇ ਇਸ ਸਿਚੁਏਸ਼ਨ 'ਚ। ਸਾਡੇ ਵਾਸਤੇ ਵਧੀਆ, ਲੇਕਿਨ ਐਂਡ ਆਫ ਦ ਡੇ ਬੈਂਕ ਆਫ ਕੈਨੇਡਾ ਨੇ ਸਿਰਫ ਇਹੀ ਕਰਨਾ ਹੈ ਜੀ, ਉਹਨਾਂ ਨੇ ਇੰਟਰਸਟ ਵਧਾਉਂਦੇ ਰਹਿਣਾ ਹੈ ਅਗਰ ਲੋਕ ਨਹੀਂ ਰੁਕੇ ਤਾਂ। ਸਰ ਯੁਧਵੀਰ ਜੀ ਤੁਸੀਂ ਵੀ ਬਾਹਰ ਨਿਕਲਦੇ ਹੋ, ਮੈਂ ਵੀ ਨਿਕਲਦਾ, ਸਾਰੇ ਰੈਸਟੋਰੈਂਟ ਵੇਖੋ ਤੁਸੀਂ ਸ਼ਾਮੀ ਲਾਈਨਾਂ ਲੱਗੀਆਂ ਹੁੰਦੀਆਂ ਨੇ। ਅਸੀਂ ਰੋ ਰਹੇ ਹਾਂ ਕਿ ਪੈਸੇ ਨਹੀਂ ਹੈਗੇ। ਹੁਣ ਸਿਚੁਏਸ਼ਨ ਇਹ ਹੈ ਕਿ ਜਿਹੜੇ 10-20% ਬਿਲਕੁਲ ਥੱਲੇ ਵਾਲੇ ਨੇ ਉਹ ਵਿਚਾਰੇ ਪਿਸ ਗਏ ਨੇ ਇਸ ਵੇਲੇ, ਬੁਰੀ ਤਰ੍ਹਾਂ ਪਿਸ ਗਏ ਨੇ। ਜਿਹੜੇ ਮਿਡਲ 'ਚ ਬੈਠੇ ਨੇ ਨਾ ਉਹ ਨਾ ਕੀ ਕਰ ਰਹੇ ਨੇ ਇਸ ਵੇਲੇ, ਮੈਨੂੰ ਇਹ ਲੱਗਦਾ ਪਿਆ ਆਪਦੀ ਸੇਵਿੰਗ 'ਚ ਹੀ ਕੱਢੀ ਜਾ ਰਹੇ ਨੇ, ਕਿਉਂਕਿ ਮੈਂ ਬਹੁਤ ਇਨਵੈਸਟਮੈਂਟ ਕਰਦਾ। ਮੈਂ ਅਗਰ ਮੈਂ ਦੇਖਾਂ ਤਾਂ ਪਿਛਲੇ ਕੋਈ 2-3 ਮਹੀਨੇ ਦੇ ਅੰਦਰ ਮੇਰੇ ਕੋਲੋਂ ਆਲਮੋਸਟ 4 ਤੋਂ 5 ਮਿਲੀਅਨ ਡਾਲਰ ਵਿਡਰੋ ਹੋਇਆ ਜੀ, ਸਾਰਿਆਂ ਦਾ ਟੋਟਲ ਮਿਲਾ ਕੇ। ਸੋ 4 ਤੋਂ 5 ਮਿਲੀਅਨ ਡਾਲਰ ਕਦੇ ਅੱਜ ਤੱਕ ਇਸ ਤਰ੍ਹਾਂ ਨਹੀਂ ਹੋਇਆ। ਕਿਉਂ ਹੋਇਆ? ਕਿਉਂਕਿ ਉਹਨਾਂ ਦੇ ਖਰਚੇ ਵਧੇ ਪਏ ਨੇ, ਉਹਨਾਂ ਨੇ ਲੋਨ ਲਿੱਤੇ ਹੋਏ ਨੇ, ਹੁਣ ਉਹ ਪੈਸੇ ਦੇਣੇ ਨੇ, ਟਰੈਵਲ ਕਰ ਰਹੇ ਆ ਜੀ, ਸਾਡੀਆਂ ਟਿਕਟਾਂ ਬੁੱਕ ਨੇ ਜੀ, ਹੁਣ ਸਾਨੂੰ ਪੈਸੇ ਚਾਹੀਦੇ ਨੇ, ਅਸੀਂ ਤਾਂ ਪ੍ਰੋਗਰਾਮ ਬਣਾਇਆ ਹੋਇਆ। ਮਤਲਬ ਇਸ ਤਰ੍ਹਾਂ ਦੀਆਂ ਚੀਜ਼ਾਂ ਹੋ ਰਹੀਆਂ ਜਿਹੜੇ ਉਹਨਾਂ ਨੂੰ ਨਾ ਆਪਦੀ ਸੇਵਿੰਗ ਦੀ ਤਰਫ ਚਲੇ ਗਏ ਨੇ। ਹੁਣ ਇਹ ਲੱਗਦਾ ਪਿਆ ਕਿ ਉਹਨਾਂ ਨੂੰ ਸਮਝਾਉਣ ਵਾਸਤੇ ਉਹਨਾਂ ਦੀ ਸੇਵਿੰਗ ਵੀ ਖਤਮ ਕਰਨੀ ਪਏਗੀ ਬੈਂਕ ਆਫ ਕੈਨੇਡਾ ਨੂੰ, ਕਿ ਤੁਸੀਂ ਖਰਚੀ ਜਾਓ ਪੁੱਤਰੋ, ਖਰਚੋ, ਕੱਢ ਕੇ ਖਰਚੋ, ਜਦੋਂ ਖਤਮ ਹੋ ਜਾਏਗਾ ਉਸ ਲਈ ਤੁਹਾਨੂੰ ਵੇਖਾਂਗੇ। ਸੋ ਉਹਦੇ ਤੇ ਕਰ ਇੰਟਰਸਟ ਰੇਟ ਵੱਧਦਾ ਚਲਾ ਜਾਏਗਾ। ਲੈਟਸ ਸੀ ਹੁਣ ਕੀ ਹੁੰਦਾ, ਲੇਕਿਨ ਇੰਟਰਸਟ ਰੇਟ ਵਧਣ ਦੇ ਪੂਰੇ ਚਾਂਸਸ ਹੈ ਵਿੱਚ। ਸਰ ਮੈਂ ਆਪਣੀ ਗੱਲ ਦੱਸ ਦਿਆਂ, ਮੈਂ ਹਾਂਜੀ ਪਲੀਜ਼ ਆ ਰਿਹਾ, ਅੱਜ ਰਾਤੀ ਦੀ ਮੇਰੀ ਫਲਾਈਟ ਹੈਗੀ ਤੇ ਮੈਂ ਆਪਣੇ ਘਰ, ਮੇਰੇ ਬੇਟੇ ਦੇ ਘਰ, ਮੇਰੀ ਬੇਟੀ ਦੇ ਘਰ ਸਟ੍ਰਿਕਟ ਮੈਂ ਫਰਮਾਨ ਜ਼ਾਹਿਰ ਕਰਤਾ, ਕਿਉਂਕਿ ਮੇਰਾ ਤਾਂ ਫਰਮਾਨ ਹੀ ਹੁੰਦਾ ਹਮੇਸ਼ਾ, no shopping till 31st December of 2023, no shopping, no expense। 2023 होने के बाद वेकेशन पे भी नहीं जाना, किधर नहीं जाना। 2023 31 दिसंबर तक कोई खर्चा नहीं करेगा। हालांकि मेरा कंट्रोल मेरे बेटे की फैमिली और मेरी बेटी की फैमिली से नहीं है, पर जब मेरा फरमान जारी हो जाता ना तो उन्होंने मनना पैंदा, दे हैव नो चॉइस। कहता है सब ਨੂੰ कहता है, क्योंकि ਇਹਨਾਂ ਦੀ ਗੱਲ ਠੀਕ ਹੈ। ਇਹਨਾਂ ਦੀ ਗੱਲ ਸੁਣ ਕੇ ਮੈਨੂੰ ਯਾਦ ਆਇਆ, क्योंकि ਇਹ ਟਿਕਟਾਂ ਜਿਹੜੀ ਨੇ 4 ਮਹੀਨੇ ਪਹਿਲੇ ਬੁੱਕ ਹੋ ਚੁੱਕੀਆਂ ਸੀਗੀਆਂ ਸਾਡੀਆਂ ਵੀ, लेकिन उन्हें जो हालात खराब हो रहे हैं, मैं कहता है नो शॉपिंग। सारा भी कोई फर्ज बनता है, अगर एक अच्छा नागरिक खुद कसम खा ले अपने घर के अंदर कि मैं हूँ शॉपिंग नहीं करनी, हाँ ਉਹਦਾ असर कॉरपोरेशन के अंदर, कंपनी के अंदर, रेस्टोरेंट के अंदर, दुकानों के अंदर ਉਹਦਾ नेगेटिव असर पड़ेगा। आई अंडरस्टैंड, बट भाई दो बैल लड़ते में तो कहा तो खराब होंगे ही है, वो असर तो किधर ना किधर पैना है, पर अल्टीमेटली यह जोड़ा है ना कंज्यूमरिज्म खत्म करना पड़ेगा। ठीक है, नेक्स्ट कॉल जी विक्रम जी, तुसी ऑन करो। विक्रम जी को है। हेलो जी। हाँ जी, मैंने लगता कि ये टाइम थोड़ा जा गलत है, क्योंकि कनाडा वाले मोस्टली समर के टाइम ही बाहर निकलते हैं, शॉपिंग करते हैं, एक्सपेंसिस होते हैं। मैरिजेस कितने टाइम तो रुकिया हुई सी, मैरिजेस बहुत ज्यादा हो रही हैं इस टाइम। आई थिंक लोगों को पैसा खर्च करना पै रहा है, ऑल्सो दे डोंट हैव द मनी, बट स्टिल ये कुछ ना कुछ तो करना ही पैना ना। हर एक तरीके नाल, या जिदा लॉन्ग के अंदर कोई खर्च रहा है, कोई नए इक्विपमेंट बाय कर रहा है, ये सारी चीजें हो रही हैं। आई थिंक इट्स द रॉन्ग टाइम फॉर कैनेडा एक्चुअली। इन्फ्लेशन और ऊपर तो इमिग्रेशन बहुत ज्यादा बढ़ गई है, तो डिमांड तो बढ़ ही रही है। सर सिंपल जी गल है, तुहाडी गल वैसे है बहुत जायज, पर मैनू एक गल समझ नहीं आती, कर्जा लेके क्यों ब्याह करना है यार? मतलब कर्जा लेके ब्याह क्यों करना है? की दिखावा किस गल? मैं पिछले हफ्ते अगर तुम मेरा देख लो, इतने इसी रेडियो से मैं क्या सीगा, तो 2-2.5 साल पहले किसी ने मेरे को 20,000 मंगे सीगे, उसके बाद पता चला जी उन्हें आलीशान शादी करती। क्यों मंगे सी? मतलब उधार मंगे सी, ब्याह दे रहा सी। मैं सड़िया ਉਹਦੇ ਨਾਲ ਲੜਿਆ, मैं कहा तू 10% ब्याज दे के ਇਹ पैसा तू ब्याह ते लगा रहे हैं, 2-2.5 साल पुरानी गल, छोटा जा अमाउंट सी 20,000। वाई क्यों? की दिखावा, किस गल का दिखावा? मैनू आई नहीं गल समझ। सिंपल ब्याह भी तो हो सकता है। बड़े प्रोमिनेंट साढ़े बंदे ने, एक साढ़े जान वाले ने, मैं ना नहीं लाऊंगा,
बहुत परमानेंट है, बड़ा चंगा ना है, बड़ी चंगी इज्जत है मार्केट, चंगा पैसा उन्होंने कोल, वो नहीं स्पेंड कर रहे, उन्होंने कारी को ब्याह होने वाला अगले कारिज कर रहे ने, जरूरी हैगा। जिन्होंने अगर ऐ लगता है कि जी मैं दिखावा करके रईस साबित हो जाऊंगा, तुम प्रूव की करना चाहते हो रईस दिखा के अपने आप की प्रूव करना चाहते हो, मैंने नहीं समझ आ रही जी। जी नेक्स्ट कॉल जी। जी वन क्वेश्चन, जो एक मेरा क्वेश्चन था आपके लिए कि COVID, everyone was trapped in the house. Wouldn't this be a big factor why everyone is spending so much money? Because now that they're coming out of COVID, they want to go out, they want to eat, they don't want to be restricted to saving their money, spending their money. Fantastic. That's actually यही हो यही रहा है, एक्चुअली यही हो रहा है, क्योंकि लोगों ने पैसा खर्चा नहीं था, उनके पास पड़ा हुआ है, सेविंग्स पड़ी हुई है। मैंने अभी थोड़ी देर पहले यही बात की है। They are actually withdrawing the money from their savings account. Why they are doing it? Because of that COVID. Yeah, we can understand that. But ये भी उनको समझ लेना चाहिए कि आने वाला टाइम बहुत मुश्किल भी हो सकता है, क्योंकि वो अपनी सेविंग्स में से निकाल रहे हैं, उनको भी ये समझ नहीं आ रही है। अभी उनकी इच्छाएं हैं, कोविड में वो बंद थे, अब ट्रैवल कर ले, ये कर ले, 2 साल हम बिल्कुल बंद रहे, तो पता नहीं लाइफ में उन्होंने पता नहीं क्या मिस कर दिया है जो वो करना चाह रहे हैं। ठीक है, कर लीजिए आप, लेकिन आप अपनी सेविंग से निकाल के कर रहे हैं, दैट्स रॉन्ग। वो एक बहुत बड़ी प्रॉब्लम है। और दूसरी चीज है, हमारी इन्फ्लेशन बढ़ती जा रही है, हम डीप रिसेशन में जा सकते हैं। अगर लोग नहीं समझ पा रहे हैं तो दे विल बी, जिन्होंने भी ये चीजें की है ना, दे विल बी मोर प्रेस्ड टुवर्ड द वॉल, आई थिंक एंड ऑफ दिस ईयर और नेक्स्ट ईयर, जब ये सारी मुसीबतें शुरू होंगी, जब रिसेशन आएगा, तो दे विल बी इन डीप ट्रबल, मुझे ये लग रहा है। जी सर, मैं बताऊं, ये जो पैसा है ना, इसको बल्कि संभाल के रखो, इसको अम्ब्रेला बनाओ, कल को बारिश होने वाली है, इसको छतरी बनाओ, अम्ब्रेला बनाओ, ना कि इसको खा पी के बारिश में दिखते हुए भाग जाओ। मेरे ग्रुप है 3-4 जो कि इन्वेस्ट किया करते हैं, और उन कंसोर्टियम है 3-3, 4-4, 5-5 लोगों का, उन्होंने 3-4, 5-5 मिलियन डॉलर एक तरफ रख दिए। लोग खर्च कर रहे हैं, उन्होंने एक तरफ रख दिए। वो कह रहे हैं जी हम इंतजार कर रहे हैं कि ये मार्केट वगैरह जब अगर गिरती है तो वी आर रेडी टू बाय। जो लोग बेचेंगे दुखी होकर, जिन्होंने नलायकियां कर रखी है, हम खरीदने के लिए तैयार बैठे हैं। दैट इज अ सेंसिबल वे कि आपको मार्केट के अगेंस्ट चलना होता है, उल्टा चलना होता है, तो हम तो तैयार बैठे हैं, वो कहते हैं, और दूसरी तरफ लोग बेवकूफ करके खर्च कर ही जा रहे हैं। एक कप कॉफी तो है और कुछ नहीं है, एक बार लंच तो कर लिया, सिर्फ $15 का तो लंच है, चलो खाना खा लिया, $100 तो डॉलर लगे हैं। उनको ये समझ नहीं आती, इसको मल्टीप्लाई करो, इसको ऐड करो, इट ऐड सो फास्ट कि हाथ से चीज निकल जाती है। जी नेक्स्ट कॉल जी। हाँ जी, तुसी आंदे रहो सर, गो हेड। हेलो जी, सत श्री अकाल जी। सत श्री अकाल जी। हाँ जी, हेलो। हाँ जी, आ रही है आवाज जी। और सवाल पूछ लो सर। हाँ जी, ਤੁਹਾਡੀ ना दसन लगे जी, ना दसन लगे। अब बंदा तुम मेरी आवाज में पहचान लिया होना, जसवाल साहब। मैं अमरीक बोल रहा जी, अमरीक सैनी बोल रहे हैं। अमरीक सैनी साहब, बहुत देर बाद कॉल की है तुसी, थैंक यू। सेहत ठीक है? हाय हाय हाय, क्या बात है। देखो उम्र की खेड है, उम्र के हिसाब नाल बंदा बुढ़ा भी हो जाता, बाबा लगन लग जाता देखने नूं, तो इस करके कई बार टाइम नहीं लगता। अच्छा, मैं सब तो पहले तो इत्थों शुरू करा। संदीप संघा साहब थोड़े बेस्ट फ्रेंड ने, बहुत नेड़े, उन्होंने बहुत नेड़े है, वो थोड़े बहुत नेड़े है। और मैं संघा साहब नूं कहा सी भी तुसीं मेरा मैसेज दिओ युद्धवीर जसवाल साहब नूं। हाँ, मेरी एक बेनती हाँ, उन्होंने बस इन्ना कह दिओ। टाइम बड़ा घट है। मेरा सीधा ही पहला सवाल है, सब्रवाल साहब का असीं वेलकम करते हैं, मोगा साहब साडे बैठे हैं विच, उन्हों दा वेलकम। और मेरा सवाल है कि भी ਜਿਹੜੇ ਅੱਜ ਕੱਲ रेट जिन्हों ने ओपन रखे हुए है, जिन्होंने लोन मार्गेज वगैरह, क्या उन्होंने फिक्स कर देना चाहिए सब्रवाल साहब कोई, कि उन्होंने ओपन ही रहन दिता जाए, कि उन्होंने 2-3 साल ही फिक्स कर दिता जाए, वो बेटर रहेगा, या उन्होंने ओपन रखा जाए जी? ਇਹਦਾ ਕੋਈ ਪੱਕਾ मैं पहले तो दसदा कि मैं मॉडल ब्रोकर नहीं है, पर आउट ऑफ माई एक्सपीरियंस मैं फिक्स करना होता तो साल पहले कर लेंदा। हुण अगर मैं फिक्स करांगा तो मैक्सिमम 2 साल वास्ते जावांगा, इससे ज्यादा फिक्स नहीं करांगा। नहीं तो मैं उन्होंने पता है कि ज्यादा वधन वाला नहीं है, उन घटन का टाइम है, तो जिसका घटना शुरू होएगा तो असं फिर दुखी हो जाएंगे, अरे मैं फिक्स करके फंस गया। तो मैं 2 साल तो ज्यादा नहीं जावांगा, और बहुत चंगा रेट मिल जाता है तो मैक्सिमम 3 भी नहीं जाऊंगा, 2 ही जाऊंगा बस, अदरवाइज मैं इससे ही रखा। एक सवाल हो रहा है जी, लगे एक सवाल हो रहा है। मैं सॉरी अमरीक जी, ਤੁਹਾਨੂੰ भी इंटरप्ट करांगा और बेनती करांगा, ਤੁਸੀਂ भी और बाकी सारे कॉलर्स। एक सवाल रह गया, एक सवाल रह गया, मैं एक सवाल प्लीज, एक सवाल टाइम खत्म हो गया ना, करांगे अगले प्रोग्राम में। ਤੁਸੀਂ होल्ड कर लो, मैं ਤੁਸੀਂ 2 सवाल पूछना चाहे, 4 पूछना
ਇੱਕ ਮਿੰਟ ਲੈ ਲਓ ਜੀ ਪੰਕਜ ਜੀ ਐਂਡ ਪੀਕੇ ਜੀ ਸਟਾਰਟਿੰਗ ਵਿਦ ਯੂ। ਅਸੀਂ ਇੱਕ ਮਿੰਟ ਲੈ ਲਓ, ਕੋਈ ਸਰਵਿਸਿਜ਼, ਕੋਈ ਪ੍ਰੋਜੈਕਟ, ਕੋਈ ਸੈਮੀਨਾਰ, ਐਨੀਥਿੰਗ। ਜੀ ਮੈਂ ਬਸ ਇਹੀ ਕੁਇਕਲੀ 1 ਮਿੰਟ ਲਾਂਗਾ ਕਿ ਫॉर ਐਨੀ ਰੀਅਲ ਏਸਟੇਟ ਨੀਡ ਜਸਟ 1 ਵਿੰਡੋ ਸਰਵਿਸ। ਤੁਸੀਂ ਇੱਕ ਨੰਬਰ ਨੋਟ ਕਰ ਲਓ, ਉੱਤੇ ਕਾਲ ਕਰ ਲਓ। ਸਾਰੇ ਪ੍ਰੋਜੈਕਟ ਮਾਰਕੀਟ ਬੈਠੇ ਹੈ, ਹਰ ਬਿਲਡਰ ਦੇਣ ਨੂੰ ਤਿਆਰ ਹੈ। ਸਿਰਫ ਇੱਕ ਜਿਹਨੂੰ ਕਹਿੰਦੇ ਦਿਖਾਵਾ ਹੈ ਕਿ ਤੰਗੀ ਹੈ। ਮੈਂ ਲੋਕਾਂ ਨੂੰ ਲੱਖ ਡਾਲਰ ਤੱਕ ਦੇ ਇਨਸੈਂਟਿਵ ਲੈ ਕੇ ਦਿੱਤੇ ਨੇ ਬਿਲਡਰਾਂ ਕੋਲੋਂ ਇਸ ਵਕਤ, ਤੇ ਇਸ ਕਰਕੇ ਡੋਂਟ ਰਸ਼, ਟਾਕ ਟੂ ਅਸ ਫॉर ਐਨੀ ਰੀਅਲ ਏਸਟੇਟ। ਰੀਸੇਲ ਦੇ ਅੰਦਰ ਵੀ ਮੈਂ ਗੱਲ ਦੱਸ ਦਿਆਂ, ਰੈਂਟਲ ਦੇ ਅੰਦਰ ਵੀ ਗੱਲ ਦੱਸ ਦਿਆਂ। ਰਿਮੈਂਬਰ ਦਿਸ ਨੰਬਰ 6472994757 6472994757। ਥੈਂਕ ਯੂ।